ਰੋਜ਼ਾਨਾ ਲੋਕ ਨਾਲ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਪੰਜਾਬ ਦੀ ਜਿਹੜੀ ਕੈਬਨਿਟ ਹੈ ਉਹਦੇ ਵਿੱਚ ਵਿਸਤਾਰ ਹੋਣ ਦੀਆਂ ਜਿਹੜੀਆਂ ਚਰਚਾਵਾਂ ਪਿਛਲੇ ਕਈ ਦਿਨਾਂ ਤੋਂ ਛਿੜੀਆਂ ਹੋਈਆਂ ਨੇ, ਜਿਵੇਂ ਅਸੀਂ ਵੀ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਦੱਸਦੇ ਰਹੇ ਹਾਂ। ਹੁਣ ਉਹਦਾ ਜਿਹੜਾ ਪੂਰਾ ਫਾਈਨਲ ਖਾਕਾ, ਫਾਈਨਲ ਰਿਪੋਰਟ ਹੈ ਕਹਿੰਦੇ ਉਹ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਤਿਆਰ ਕਰ ਲਈ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਸੋਨੀਆ ਗਾਂਧੀ ਦੇ ਵੱਲੋਂ ਪਾਵਰ ਦਿੱਤੀ ਗਈ ਸੀ, ਤੁਸੀਂ ਆਪਣੇ ਪੱਧਰ ਤੇ ਕੈਬਨਿਟ ਦੇ ਵਿੱਚ ਵਿਸਤਾਰ ਜਿਹੜਾ ਕਹਿੰਦੇ ਕਰ ਸਕਦੇ। ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਹਿੰਦੇ ਫਾਈਨਲ ਲਿਸਟ ਜਿਹੜੀ ਉਹ ਤਿਆਰ ਕਰ ਲਈ ਗਈ ਹੈ। ਕੁਝ 4-5 ਨਵੇਂ ਚਿਹਰੇ ਕੈਬਨਿਟ ਦੇ ਵਿੱਚ ਸ਼ਾਮਿਲ ਹੋਣਗੇ, ਕਿਉਂਕਿ 2 ਸੀਟਾਂ ਨਵਜੋਤ ਸਿੰਘ ਸਿੱਧੂ ਦੀ ਇੱਕ ਵਿਹਲੀ ਪਈ ਹੈ ਸੀਟ ਤੇ ਇੱਕ ਹੋਰ, ਤੇ 2 ਮੰਤਰੀਆਂ ਦੀ ਛੁੱਟੀ ਹੋ ਰਹੀ ਹੈ। ਉਹਨਾਂ ਦੀ ਥਾਂ ਤੇ 2 ਨਵੇਂ ਚਿਹਰੇ ਹੋਰ, ਜਾਨੀ ਕਿ 2 ਮੰਤਰੀਆਂ ਦੀ ਹੋਵੇਗੀ ਛੁੱਟੀ ਤੇ 4 ਜਿਹੜੇ ਆ ਉਹ ਚਿਹਰੇ ਸ਼ਾਮਿਲ ਹੋਣਗੇ। ਕਿਹੜੇ ਮੰਤਰੀਆਂ ਦੀ ਛੁੱਟੀ ਹੋਣ ਜਾ ਰਹੀ ਹੈ ਤੇ ਕਿਹੜੇ ਚਿਹਰੇ ਇਸ ਕੈਬਨਿਟ ਦੇ ਵਿੱਚ ਸ਼ਾਮਿਲ ਹੋਣਗੇ ਇਹ ਵੀ ਤੁਹਾਨੂੰ ਦੱਸਾਂਗੇ। ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਬੇਅਦਬੀ ਅਤੇ ਗੋਲੀ ਕਾਂਡ ਦੇ ਮਾਮਲਿਆਂ ਦੇ ਵਿੱਚ ਹੁਣ ਨਵਾਂ ਮੋੜ ਆ ਗਿਆ। ਹੁਣ ਘਿਰਦੇ ਦਿਖਾਈ ਦੇ ਰਹੇ ਨੇ ਕੁੰਵਰ ਵਿਜੇ ਪ੍ਰਤਾਪ ਇਸ ਪੂਰੇ ਮਾਮਲੇ ਦੇ ਵਿੱਚ। ਕੁੰਵਰ ਵਿਜੇ ਪ੍ਰਤਾਪ ਜਾਂਚ ਅਧਿਕਾਰੀ ਸੀ, ਪਰ ਹੁਣ ਉਹ ਘਿਰਦੇ ਕਿਉਂ ਦਿਖਾਈ ਦੇ ਰਹੇ ਨੇ, ਇਸ ਮਾਮਲੇ ਤੇ ਵੀ ਗੱਲਬਾਤ ਕਰਾਂਗੇ। ਤੇ ਗੱਲਬਾਤ ਲਈ ਮੇਰੇ ਨਾਲ ਮੌਜੂਦ ਰਹਿਣਗੇ ਰਾਜਨੀਤਿਕ ਮਾਹਰ ਦੇ ਤੌਰ ਤੇ ਡਾਕਟਰ ਭੀਮਿੰਦਰ ਸਿੰਘ। ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਤੇ ਬਾਅਦ ਚ ਕਰਦੇ ਹਾਂ ਵਿਚਾਰ ਚਰਚਾ। ਡਾਕਟਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ? ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੂੰ ਸੋਨੀਆ ਗਾਂਧੀ ਦੇ ਵੱਲੋਂ ਵਿਸ਼ੇਸ਼ ਪਾਵਰ ਮਿਲੀ ਹੈ ਕਿ ਤੁਸੀਂ ਆਪਣੀ ਪੱਧਰ ਤੇ ਕੈਬਨਿਟ ਦੇ ਵਿੱਚ ਵਿਸਤਾਰ ਕਰ ਲਓ, ਤੇ ਹੁਣ ਕਹਿੰਦੇ ਕੈਪਟਨ ਦੇ ਵੱਲੋਂ ਫਾਈਨਲ ਜਿਹੜੀ ਲਿਸਟ ਹੈ ਉਹ ਵੀ ਤਿਆਰ ਕਰ ਲਈ ਗਈ ਹੈ, ਤੇ ਉਸ ਲਿਸਟ ਦੇ ਵਿੱਚ ਕਹਿੰਦੇ 2 ਮੰਤਰੀਆਂ ਦੀ ਛੁੱਟੀ ਤੇ 4 ਨਵੇਂ ਚਿਹਰੇ ਸ਼ਾਮਲ ਹੋ ਸਕਦੇ। ਕਿਵੇਂ ਦੇਖਦੇ ਸੁਖਵਿੰਦਰ ਜੀ, ਇਸ ਨਿਸ਼ਾਨੇ ਦੇ ਨਾਲ ਜਿਹੜਾ ਹੈਗਾ ਬਹੁਤ ਸਾਰੀਆਂ ਜਿਹੜੀਆਂ ਨੇ ਚੀਜ਼ਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ। ਤੁਸੀਂ ਦੇਖੋਗੇ ਕਿਹੜੇ ਕੁਝ ਦਿਨ ਪਹਿਲਾਂ ਜਿਹੜੀ ਗੱਲ ਮੁੱਦਿਆਂ ਤੇ ਘੁੰਮ ਰਹੀ ਸੀ ਕਿ ਕੈਪਟਨ ਸਾਹਿਬ ਆਹ ਨਹੀਂ ਕਰ ਰਹੇ, ਕੈਪਟਨ ਸਾਹਿਬ ਬਿਜਲੀ ਦੇ ਏਜੰਡਾ ਨਹੀਂ ਲੈ ਕੇ ਆ ਰਹੇ, ਕੈਪਟਨ ਸਾਹਿਬ ਕਿਸਾਨਾਂ ਦਾ ਏਜੰਡਾ ਨਹੀਂ ਲੈ ਕੇ ਆ ਰਹੇ, ਕੈਪਟਨ ਸਾਹਿਬ ਦੇ ਉੱਤੇ ਘਰ ਘਰ ਨੌਕਰੀ ਨਾ ਦੇਣ ਦੇ ਜਿਹੜੀ ਹੈਗੇ ਸੀ ਉਸ ਤਰ੍ਹਾਂ ਦੇ ਦੋਸ਼ ਲੱਗ ਰਹੇ ਸੀਗੇ। ਉਹ ਸਾਰੇ ਏਜੰਡੇ ਨੂੰ ਉਹਨਾਂ ਨੇ ਸ਼ਿਫਟ ਕਰਤਾ। ਉਹ ਸ਼ਿਫਟ ਇੱਦਾਂ ਕਰਤਾ ਕਿ ਹੁਣ ਏਜੰਡਾ ਕਿੱਥੇ ਘੁੰਮ ਰਿਹਾ ਕਿ ਕਿਹੜੇ ਨੂੰ ਮੰਤਰੀ ਬਣਾਉਣਾ ਹੈ, ਕਿਹੜੇ ਨੂੰ ਤੁਸੀਂ ਉਤਾਰਨਾ ਹੈ, ਔਰ ਕਿੰਨੇ ਮੰਤਰੀ, ਜਿਵੇਂ ਤੁਸੀਂ ਵੀ ਕਹਿ ਰਹੇ ਹੋ, ਕਿੰਨੇ ਮੰਤਰੀ ਰੱਖਣੇ ਨੇ, ਕਿੰਨੇ ਬਾਹਰ ਕਰਨੇ ਆ। ਇਹ ਸਾਰਾ ਏਜੰਡਾ ਉਹਨਾਂ ਨੇ ਆਪਣੇ ਤੋਂ ਸ਼ਿਫਟ ਕਰਕੇ ਜਿਹੜਾ ਸੀਗਾ, ਆਪਣੀਆਂ ਜਿਹੜੀਆਂ ਨਾਕਾਮੀਆਂ ਸੀ ਉਹਨਾਂ ਤੋਂ ਸ਼ਿਫਟ ਕਰਕੇ ਜਿਹੜਾ ਹੈਗਾ ਦੂਜੇ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਫਲਾਣੇ ਨੂੰ ਉਤਾਰ ਦਿਓ, ਫਲਾਣੇ ਨੂੰ ਅੱਗੇ ਲਿਆਓ। ਯਾਨੀ ਕਿ ਉਹ ਸਾਰਾ ਕੁਛ ਜਿਹੜਾ ਹੈਗਾ ਭੁੱਲ ਭੁਲਾ ਕੇ, ਔਰ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਵਾਲਾ ਜਿਹੜਾ ਮੁੱਦਾ ਚੱਲ ਰਿਹਾ ਸੀਗਾ, ਨਵਜੋਤ ਸਿੰਘ ਸਿੱਧੂ ਜਿਹੜੇ ਵੱਡੇ ਵੱਡੇ ਸਵਾਲ ਚੁੱਕ ਰਹੇ ਸੀਗੇ, ਉਹਦੇ ਤੋਂ ਵੀ ਉਹਨਾਂ ਨੇ ਆਪਣਾ ਜਿਹੜਾ ਹੈਗਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਲਈ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਬਹੁਤ ਚਲਾਕੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਹੁਸ਼ਿਆਰੀ ਦੇ ਨਾਲ ਇਹ ਕੰਮ ਜਿਹੜੀ ਹੈਗੀ ਸਟ੍ਰੈਟਜੀ ਬਣਾ ਲਈ। ਔਰ ਉਹਦੇ ਵਿੱਚ ਕੀ ਹੋ ਰਿਹਾ ਕਿ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਇੱਦਾਂ ਸ਼ਾਇਦ ਕੈਬਨਿਟ ਨੂੰ ਬਦਲ ਕੇ ਜਾਂ ਮੰਤਰੀ ਬਦਲ ਕੇ ਇਹ ਜਿਹੜੇ ਸਾਰੇ ਜਿਹੜੇ ਪੁਰਾਣੇ ਜੋ ਨਾਕਾਮੀਆਂ ਨੇ ਉਹਨਾਂ ਦੀਆਂ ਉਹ ਧੋਤੀਆਂ ਜਾਣਗੀਆਂ। ਕਿ ਉਹਨਾਂ ਨੂੰ ਉਹ ਇਹ ਦਿਖਾਉਣਾ ਚਾਹੁੰਦੇ ਨੇ ਕਿ ਮੈਂ ਆਹ ਫਲਾਣੇ ਦੇਖੋ ਜੀ ਜਿਹੜੇ ਕੰਮ ਨਹੀਂ ਕਰਦੇ ਮੈਂ ਤਾਂ ਬਦਲਤੇ, ਜਿਹੜੇ ਨਹੀਂ ਕੰਮ ਕਰਨੀ, ਜਿਹੜੀ ਪਰਫਾਰਮੈਂਸ ਮੰਤਰੀ ਨਹੀਂ ਦੇਣਗੇ ਉਹ ਮੈਂ ਬਦਲਤੇ। ਜਦੋਂ ਕਿ ਹੋ ਰਹੀ ਹੈ ਇਹਦੇ ਵਿੱਚ ਸਿਆਸਤ ਹੈ। ਜਿਹੜੇ ਤਾਂ ਉਹਨਾਂ ਦੇ ਖਿਲਾਫ ਭੁਗਤੇ ਨੇ ਉਹਨਾਂ ਨੂੰ ਤਾਂ ਉਹ ਹਟਾ ਕੇ ਪਰਾਂ ਕਰਨਗੇ, ਜਿਹੜੇ ਉਹਨਾਂ ਦੇ ਪੱਖ 'ਚ ਉਹਨਾਂ ਨੇ ਜਿਨ੍ਹਾਂ ਦੀ ਚਮਚੀ ਮਾਰੀ ਹੈ ਜਿਹੜੇ ਮੰਤਰੀਆਂ ਨੇ ਉਹ ਉਹਨਾਂ ਦੇ ਨਾਲ ਰਹਿ ਜਾਣਗੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਤੁਸੀਂ ਦੇਖੋਗੇ ਕਿ ਜਿਹੜੇ ਤਾਂ ਉਹਨਾਂ ਦੇ ਖਾਸਮ ਖਾਸ, ਜਿਹੜੇ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਇਹ ਮੇਰੇ ਬਹੁਤ ਨੇੜੇ ਰਹੇ ਨੇ, ਉਹਨਾਂ ਨੂੰ ਉਹ ਮੰਤਰੀ ਮੰਡਲ 'ਚ ਸ਼ਾਮਿਲ ਕਰ ਲੈਣਗੇ ਜਾਂ ਉਹਨਾਂ ਨੂੰ ਪ੍ਰਧਾਨ ਬਣਾਉਣਗੇ ਜਾਂ ਹੋਰ ਅਹੁਦੇ ਦੇਣ ਦੀ ਕੋਸ਼ਿਸ਼ ਕਰਨਗੇ। ਜਿਹੜੇ ਦੂਜੇ ਨੇ, ਜਿਹੜੇ ਉਲਟ ਜਿਹੜੇ ਸਵਾਲ ਉਠਾਉਂਦੇ ਰਹੇ ਨੇ, ਜਿਹੜੇ ਸਮੇਂ ਦੇ ਉੱਤੇ ਮੁੱਦੇ ਚੁੱਕਦੇ ਰਹੇ ਨੇ ਪੰਜਾਬ ਦੇ, ਉਹਨਾਂ ਨੂੰ ਉਹ ਖੁੱਡੇ ਲੈਣ ਲਾਉਣ ਦੀ ਤਿਆਰੀ ਦੇ ਵਿੱਚ ਨੇ। ਇਸੇ ਤਰ੍ਹਾਂ ਇਹੀ ਹਾਲ ਉਹ ਨਵਜੋਤ ਸਿੰਘ ਸਿੱਧੂ ਦਾ ਕਰਨ ਵਾਲੇ ਨੇ, ਕਿਉਂਕਿ ਨਵਜੋਤ ਸਿੰਘ ਸਿੱਧੂ ਆਪਾਂ ਨੂੰ ਵੀ ਪਤਾ ਹੈ ਕਿ ਲਗਾਤਾਰ ਮੁੱਦੇ ਉਠਾਉਂਦੇ ਰਹੇ ਨੇ, ਉਹਨਾਂ ਨੂੰ ਵੀ ਉਹ ਹੌਲੀ ਹੌਲੀ ਖੁੱਡੇ ਲੈਣ ਲਾਉਣਗੇ। ਔਰ ਇਸੇ ਤਰ੍ਹਾਂ ਪ੍ਰਗਟ ਸਿੰਘ ਹੋਰਾਂ ਨੂੰ, ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਬਾਕੀ ਜਿਹੜੇ ਵਿਧਾਇਕ, ਜਿਹੜਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਕਿਹੜੇ ਕਿਹੜੇ ਨੇ ਮੇਰੇ ਖਿਲਾਫ ਖੜਦੇ ਨੇ, ਕਿਹੜੇ ਕਿਹੜੇ ਮੇਰੇ ਵਿਰੁੱਧ ਭੁਗਤਦੇ ਰਹੇ ਆ। ਸੋ ਕਹਿਣ ਦਾ ਮਤਲਬ ਹੈ ਕੈਪਟਨ ਸਾਹਿਬ ਬਹੁਤ ਮਤਲਬ ਸਟ੍ਰੈਟਜੀ ਦੇ ਨਾਲ ਚੱਲ ਰਹੇ ਨੇ ਔਰ ਆਪਣਾ ਸਾਰਾ ਫੋਕਸ ਉਹ ਇਸ ਵੇਲੇ ਇਸ ਦੇ ਉੱਤੇ, ਕੈਬਨਿਟ ਦੇ ਉੱਤੇ ਜਿਹੜਾ ਹੈਗਾ ਕਰਨਗੇ। ਔਰ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਜਿਹੜੇ ਪੁਰਾਣੇ ਸਾਰਾ ਜਿਹੜਾ ਉਹਨਾਂ ਦੇ ਉੱਤੇ ਦੋਸ਼ ਲੱਗਦੇ ਸੀਗੇ ਉਹਨਾਂ ਦੇ ਤੋਂ ਧਿਆਨ ਜਿਹੜਾ ਹੈਗਾ ਹਟ ਚੁੱਕਿਆ। ਔਰ ਸੋਨੀਆ ਜੀ ਨੂੰ ਮਿਲ ਕੇ ਉਹਨਾਂ ਨੇ ਇਹ ਕਿਹਾ, ਜਿਵੇਂ ਆਪਾਂ ਨੂੰ ਵੀ ਪਤਾ ਹੈ ਕਿ ਸੋਨੀਆ ਜੀ ਲਗਾਤਾਰ ਕੈਪਟਨ ਸਾਹਿਬ ਦੇ ਜਿਹੜੇ ਹੈਗਾ
ਉਹਨਾਂ ਦੀ ਜੋ ਪੈਰ ਦੇ ਵਿੱਚ ਪੈਰ ਰੱਖਦੇ ਆਏ ਨੇ, ਉਹਨਾਂ ਦੀ ਗੱਲ ਦੇ ਵਿੱਚ ਹੁੰਗਾਰਾ ਦਿੰਦੇ ਨੇ ਉਹਨਾਂ ਨੂੰ ਹਰ ਤਰ੍ਹਾਂ ਦਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਪਟਨ ਸਾਹਿਬ ਨੇ ਇਹੀ ਕੰਮ ਕਰਨਾ ਹੈ, ਔਰ ਇਹਦੇ ਵਿੱਚ ਜਿਹੜੇ ਉਹਨਾਂ ਦੇ ਨੇੜਲੇ ਸਾਥੀ ਹੋਣਗੇ ਉਹ ਕੈਬਨਿਟ ਸ਼ਾਮਲ ਹੋ ਜਾਣਗੇ, ਜਿਹੜੇ ਉਹਨਾਂ ਦੇ ਵਿਰੋਧ 'ਚ ਕਰਨਗੇ ਉਹ ਬਾਹਰ ਚਲੇ ਜਾਣਗੇ। ਕਹਿਣਗੇ ਉਹ ਇਹ ਕਿਹਾ, ਲੋਕਾਂ ਨੂੰ ਇਹੀ ਜਾਏਗਾ, ਪ੍ਰੈਸ ਨੂੰ ਇਹੀ ਕਿਹਾ ਜਾਏਗਾ ਕਿ ਦੇਖੋ ਜੀ ਇਹਨਾਂ ਦੀ ਪਰਫਾਰਮੈਂਸ ਵਧੀਆ ਨਹੀਂ ਹੈ, ਇਹਨਾਂ ਦੇ ਉੱਤੇ ਦੋਸ਼ ਲੱਗਦੇ ਰਹੇ ਨੇ। ਸੋ ਇਸ ਕਰਕੇ ਇਹ ਸਾਰੀ ਚੀਜ਼ ਨੂੰ ਘੁਮਾਉਣ ਦੀ ਕੋਸ਼ਿਸ਼ ਹੈ, ਹੋਰ ਕੁਝ ਨਹੀਂ ਹੈ। ਸੁਖਵਿੰਦਰ ਜੀ ਕਿਵੇਂ ਦੇਖਦੇ ਹੋ ਕਿ ਹੁਣ ਪੂਰੇ ਤਰੀਕੇ ਦੇ ਨਾਲ, ਜਿਸ ਤਰੀਕੇ ਦੇ ਨਾਲ ਕਿਹੜੇ ਮੰਤਰੀਆਂ ਦੀ ਛੁੱਟੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਸਾਰੀ ਗੇਮ ਜਿਹੜੀ ਘੁਮਾਈ ਜਾ ਰਹੀ ਹੈ, ਹੁਣ ਕਿਹਾ ਇਹ ਜਾ ਰਿਹਾ ਕਿ ਜਿਹੜੀਆਂ ਪਰਿਸਥਿਤੀਆਂ ਬਣਾਈਆਂ ਗਈਆਂ ਨੇ ਕੈਬਨਿਟ ਦੇ ਵਿੱਚ ਵਿਸਥਾਰ ਦੀਆਂ, ਕਿ ਉਹਨਾਂ ਮੰਤਰੀਆਂ ਦੀ ਬਦਲੀ ਹੋਣੀ ਹੈ, ਉਹਨਾਂ ਮੰਤਰੀਆਂ ਦੀ ਛੁੱਟੀ ਹੋਣੀ ਹੈ ਜਿਨ੍ਹਾਂ ਦੀ ਕਾਰਗੁਜ਼ਾਰੀ ਸਹੀ ਨਹੀਂ ਰਹੀ। ਕਾਰਗੁਜ਼ਾਰੀ ਤਾਂ ਜੇਕਰ ਦੇਖੀਏ ਤਾਂ ਫਿਰ ਕਿਸੇ ਮੰਤਰੀ ਦੀ ਕਾਰਗੁਜ਼ਾਰੀ ਸਹੀ ਕਿਹਦੀ ਰਹੀ ਹੈ ਇਹੀ ਦੱਸਣਾ ਮੁਸ਼ਕਿਲ ਹੈ, ਕਿਉਂਕਿ ਸਾਰਿਆਂ ਦੀ ਕਾਰਗੁਜ਼ਾਰੀ ਐਸੀ ਵੈਸੀ ਰਹੀ ਹੈ। ਜੇਕਰ ਇਸੇ ਦੇ ਆਧਾਰ ਤੇ ਛੁੱਟੀ ਕਰਨੀ ਹੈ ਤਾਂ ਫਿਰ ਮੈਨੂੰ ਲੱਗਦਾ ਕਿ ਸਣੇ ਮੁੱਖ ਮੰਤਰੀ ਦੀ ਛੁੱਟੀ ਹੋ ਜਾਣੀ ਚਾਹੀਦੀ ਹੈ। ਪਰ ਜਿਸ ਤਰੀਕੇ ਦਾ ਕਾਰਨ ਬਣਾਇਆ ਗਿਆ ਕਿ ਇਹੀ ਕਾਰਨ ਹੈ, ਬਾਕੀ ਕਾਰਗੁਜ਼ਾਰੀ ਦਾ ਕਾਰਨ ਹੈ ਕਿ ਜਾਣ ਬੁੱਝ ਕੇ ਉਹਨਾਂ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬਗਾਵਤੀ ਸੁਰਾਂ ਚੱਕੀਆਂ ਸੀ। ਸੁਖਵਿੰਦਰ ਜੀ, ਜਿੱਥੋਂ ਤੱਕ ਕਾਰਗੁਜ਼ਾਰੀ ਦਾ ਸਬੰਧ ਹੈ, ਇਹੀ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਕਾਰਗੁਜ਼ਾਰੀ ਬਾਰੇ ਤਾਂ ਚਾਹੇ ਪ੍ਰਸ਼ਾਂਤ ਕਿਸ਼ੋਰ ਜੀ ਹੋਣ, ਉਹਨਾਂ ਨੇ ਵੀ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਸ਼ੀਸ਼ਾ ਦਿਖਾਇਆ ਕਿ ਭਾਈ ਤੁਹਾਡੀ ਕਾਰਗੁਜ਼ਾਰੀ ਸਹੀ ਨਹੀਂ ਰਹੀ। ਇਸ ਵੇਲੇ ਪੰਜਾਬ ਦੀ ਜੋ ਗਰਾਊਂਡ ਰਿਐਲਿਟੀ ਹੈ ਉਹ ਕੁਝ ਹੋਰ ਕਹਿ ਰਹੀ ਹੈ। ਇਸ ਵਾਰੀ ਉਹ ਪਹਿਲਾਂ ਵਾਲੀ ਗੱਲ ਨਹੀਂ ਚੱਲੇਗੀ ਤੁਹਾਡੀ। ਸੋ ਇਸੇ ਤਰ੍ਹਾਂ ਹਾਈ ਕਮਾਂਡ ਨੇ ਵੀ ਉਹਨਾਂ ਨੂੰ 18 ਨੁਕਾਤੀ ਪ੍ਰੋਗਰਾਮ ਦਿੱਤਾ ਸੀਗਾ ਕਿ ਭਾਈ ਤੁਸੀਂ ਪਹਿਲਾਂ 18 ਜਿਹੜੇ ਕੰਮ ਤੁਸੀਂ ਵਾਅਦੇ ਕੀਤੇ ਸੀਗੇ ਪਹਿਲਾਂ ਤਾਂ ਉਹ ਪੂਰੇ ਕਰੋ। ਮੇਰਾ ਕਹਿਣ ਦਾ ਮਤਲਬ ਹੈ ਕਿ ਸਭ ਤੋਂ ਜੇ ਆਪਾਂ ਦੇਖੀਏ ਕਿ ਸਭ ਤੋਂ ਘੱਟ ਕਾਰਗੁਜ਼ਾਰੀ ਕਿਸੇ ਨੇ ਕੀਤੀ ਹੈ ਉਹ ਮੁੱਖ ਮੰਤਰੀ ਸਾਹਿਬ ਨੇ ਖੁਦ ਕੀਤੀ ਹੈ। ਔਰ 4.5 ਸਾਲਾਂ ਤੋਂ ਆਪਾਂ ਪਹਿਲਾਂ ਵੀ ਗੱਲ ਕਰਦੇ ਆ ਰਹੇ ਹਾਂ ਕਿ ਜਿਹੜਾ ਮੁੱਖ ਮੰਤਰੀ ਇਹ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ 'ਚ ਵਾਪਰਿਆ ਕਿ ਇੱਕ ਮੁੱਖ ਮੰਤਰੀ ਹੋ ਕੇ ਜਿਹੜਾ ਆਪਣੇ ਲੋਕਾਂ 'ਚ ਵੀ ਨਾ ਗਿਆ ਹੋਵੇ ਔਰ ਆਪਣੇ ਜਿਹੜਾ ਸਰਕਾਰੀ ਆਫਿਸ ਹੈ ਉਹਨਾਂ ਦੇ ਵਿੱਚ ਵੀ ਉਹ ਪ੍ਰਵੇਸ਼ ਨਾ ਕੀਤੇ ਹੋਣ। ਸੋ ਇਸ ਕਰਕੇ ਜਿਹੜੇ ਮੁੱਖ ਮੰਤਰੀ ਸਾਹਿਬ, ਆਪਾਂ ਨੂੰ ਵੀ ਪਤਾ ਹੈ ਕਿ 4.5 ਸਾਲਾਂ ਤੋਂ ਸੁਸ਼ਮਾ ਫਾਰਮ ਦੇ ਵਿੱਚ ਬੈਠੇ ਨੇ ਔਰ ਉੱਥੋਂ ਹੀ ਬੈਠ ਕੇ ਆਪਣਾ ਸਾਰਾ ਕੰਮ ਚਲਾ ਰਹੇ ਨੇ। ਇਹ ਕਿਵੇਂ ਸੰਭਵ ਹੋ ਸਕਦਾ ਕਿ ਪੰਜਾਬ ਦੇ ਲੋਕ ਜਿਹੜੇ ਨੇ ਇਸ ਵੇਲੇ, ਚਾਹੇ ਕਿਸਾਨੀ ਦਾ ਮਸਲਾ ਹੋਵੇ, ਚਾਹੇ ਕਰੋਨਾ ਦੇ ਦੌਰ ਦੇ ਵਿੱਚ ਵੀ ਉਹ ਜਿਹੜੇ ਨੇ ਗਰਾਊਂਡ ਰਿਐਲਿਟੀ ਤੇ ਨਹੀਂ ਆਏ। ਇੱਦਾਂ ਦੀ ਮਹਾਮਾਰੀ ਮੈਨੂੰ ਲੱਗਦਾ ਕਿ ਸਦੀਆਂ ਬਾਅਦ ਆਈ ਹੈ ਔਰ ਉਸ ਮਹਾਮਾਰੀ ਦੇ ਵਿੱਚ ਵੀ ਲੋਕਾਂ ਦੀ ਸਾਰ ਨਹੀਂ ਲਈ ਗਈ। ਔਰ ਆਪਾਂ ਨੂੰ ਵੀ ਪਤਾ ਹੈ ਕਿ ਕਿਵੇਂ ਆਕਸੀਜਨ ਤੋਂ ਬਗੈਰ ਔਰ ਵੈਕਸੀਨ ਤੋਂ ਬਗੈਰ ਲੋਕ ਜਿਹੜੇ ਨੇ ਅੱਜ ਵੀ ਜਿਹੜੇ ਨੇ ਤਰਾਹ ਕਰ ਰਹੇ ਨੇ, ਲੜ ਰਹੇ ਨੇ ਲੋਕ ਕਿ ਸਾਨੂੰ ਵੈਕਸੀਨ ਕਦੋਂ ਲੱਗੇਗੀ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਕਾਰਗੁਜ਼ਾਰੀ ਹੀ ਦੇਖਣੀ ਹੈ ਤਾਂ ਕੈਪਟਨ ਸਾਹਿਬ ਨੂੰ ਸਭ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਗੱਲ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਦੂਜੇ ਮੰਤਰੀ ਆਉਂਦੇ ਨੇ। ਹੁਣ ਮੈਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਹਾਂ ਕਿ ਕਾਰਗੁਜ਼ਾਰੀ ਨਹੀਂ ਦੇਖੀ ਜਾਏਗੀ, ਇਹਦੇ ਵਿੱਚ ਵਫਾਦਾਰੀ ਦੇਖੀ ਜਾਏਗੀ ਕਿ ਕਿਹਦੀ ਵਫਾਦਾਰੀ ਕੈਪਟਨ ਸਾਹਿਬ ਦੇ ਨਾਲ ਹੈ। ਔਰ ਇਹ ਨਹੀਂ ਕਿ ਕਾਂਗਰਸ ਦੇ ਨਾਲ ਹੈ। ਮੈਂ ਇੱਥੇ ਇਹ ਗੱਲ ਸਮਝਣੀ ਵਾਲੀ ਹੈ। ਇਹ ਨਹੀਂ ਦੇਖਿਆ ਜਾਏਗਾ ਕਿ ਪਾਰਟੀ ਨਾਲ ਕਿਹਦੀ ਵਫਾਦਾਰੀ ਹੈ, ਸਗੋਂ ਕੈਪਟਨ ਨਾਲ ਕਿਹਦੀ ਵਫਾਦਾਰੀ ਰਹੀ ਹੈ ਉਹਨਾਂ ਨੂੰ ਨੇੜੇ ਲਿਆ ਜਾਏਗਾ, ਉਹਨਾਂ ਨੂੰ ਅਹੁਦੇ ਦੇ ਦਿੱਤੇ ਜਾਣਗੇ, ਉਹਨਾਂ ਨੂੰ ਪ੍ਰਧਾਨਗੀ ਦਿੱਤੀ ਜਾਏਗੀ। ਜਦੋਂ ਕਿ ਜਿਨ੍ਹਾਂ ਲੋਕਾਂ ਦੀ ਕਾਂਗਰਸ ਦੇ ਨਾਲ ਵਫਾਦਾਰੀ ਹੈ, ਟਕਸਾਲੀ ਕਾਂਗਰਸੀ ਨੇ ਜਿਹੜੇ ਇਹ ਚਾਹੁੰਦੇ ਨੇ ਕਿ ਕਾਂਗਰਸ ਬਚ ਜੇ ਪੰਜਾਬ ਦੇ ਵਿੱਚ, ਉਹਨਾਂ ਨੂੰ ਖੁੱਡੇ ਲਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਪ੍ਰਧਾਨਗੀ ਦੇ ਤਾਂ ਕਹਿੰਦੇ ਹਾਈ ਕਮਾਂਡ ਫੈਸਲਾ ਲੈ ਚੁੱਕਿਆ ਕਿ ਨਵਜੋਤ ਸਿੰਘ ਸਿੱਧੂ ਦੇ ਨਾਮ ਤੇ ਫਾਈਨਲ ਕਹਿੰਦੇ ਮੋਹਰ ਲਾ ਦਿੱਤੀ ਹੈ, ਪ੍ਰਧਾਨਗੀ ਦਾ ਫੈਸਲਾ ਹੋ ਚੁੱਕਿਆ। ਪਰ ਕੈਬਨਿਟ ਦੇ ਵਿੱਚ ਵਿਸਤਾਰ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਗੱਲਾਂ ਹੋ ਰਹੀਆਂ, ਕਹਿੰਦੇ ਕਿ ਵਿਸ਼ੇਸ਼ ਪਾਵਰ ਜਿਹੜੀ ਦਿੱਤੀ ਗਈ ਹੈ ਕਿ ਤੁਸੀਂ ਆਪਣੇ ਪੱਧਰ ਤੇ ਜਿਹੜਾ ਵਿਸਤਾਰ ਕਰ ਲਵੋ ਸੋਨੀਆ ਗਾਂਧੀ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ। ਕੀ ਲੱਗਦਾ ਨਹੀਂ ਕਿ ਇਸ ਦੇ ਵਿੱਚ ਪਾਰਟੀ ਪ੍ਰਧਾਨ ਦਾ ਵੀ ਜਿਹੜਾ ਅਧਿਕਾਰ ਹੋਣਾ ਚਾਹੀਦਾ ਸੀਗਾ ਕਿ ਜੇਕਰ ਪਹਿਲਾਂ ਪਾਰਟੀ ਪ੍ਰਧਾਨ ਅਨਾਉਂਸ ਹੁੰਦਾ ਤਾਂ ਉਹਦੀ ਰਾਏ ਵੀ ਲਈ ਜਾਣੀ ਚਾਹੀਦੀ ਸੀ, ਉਹਦੀ ਰਾਏ ਦੇ ਨਾਲ ਹੀ ਨਵੇਂ ਜਿਹੜੇ ਕੈਬਨਿਟ ਦੇ ਵਿੱਚ ਮੰਤਰੀ ਸੀ ਉਹਨਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਸੀ ਤੇ ਉਹਦੀ ਰਾਏ ਦੇ ਨਾਲ ਹੀ ਮੰਤਰੀਆਂ ਦੀ ਛੁੱਟੀ ਹੋਣੀ ਚਾਹੀਦੀ ਸੀ। ਸੁਖਵਿੰਦਰ ਜੀ, ਐਜ਼ ਏ ਰੂਲ ਤਾਂ ਜਿਵੇਂ ਆਪਾਂ ਪਾਰਟੀ ਦਾ ਸੰਵਿਧਾਨ ਦੇ ਤੌਰ ਤੇ ਗੱਲ ਕਰਾਂਗੇ ਤਾਂ ਪ੍ਰਧਾਨ ਜਿਹੜਾ ਹੁੰਦਾ ਹੈ, ਪ੍ਰਧਾਨ ਦੀ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਕਿਹੜੇ ਲੋਕਾਂ ਨੂੰ ਤੁਸੀਂ ਅੱਗੇ ਲਾ ਕੇ ਆਉਣਾ, ਕਿਹਨਾਂ ਦੀ ਮੈਰਿਟ ਉੱਪਰ ਹੈ, ਕਿਹਨਾਂ ਦੀ ਥੱਲੇ ਹੈ, ਕਿਹੜੇ ਲੋਕ ਜਿਹੜੇ ਨੇ ਪਾਰਟੀ ਦੇ ਵਫਾਦਾਰ ਨੇ, ਕਿਹੜੇ ਜਿਹੜੇ ਨੇ ਉਹਨਾਂ ਤੋਂ ਪਰੇ ਜਾ ਰਹੇ ਨੇ। ਇਹ ਸਾਰੀਆਂ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ। ਉਹ ਕੌਣ ਦੇਖਦਾ? ਪ੍ਰਧਾਨ ਦੇਖਦਾ। ਸੋ ਇਸ ਕਰਕੇ ਪ੍ਰਧਾਨ ਦਾ ਅਹੁਦਾ ਜਿਹੜਾ ਹੈਗਾ ਵੱਡਾ ਹੁੰਦਾ। ਸੋ ਕੈਪਟਨ ਸਾਹਿਬ ਇਸ ਵੇਲੇ ਕੀ ਕਰ ਰਹੇ ਨੇ, ਉਹਨਾਂ ਦੀ ਸਟ੍ਰੈਟਜੀ ਇਹੀ ਹੈ ਕਿ ਕਿਵੇਂ ਨਾ ਕਿਵੇਂ ਜਿਹੜਾ ਪ੍ਰਧਾਨਗੀ ਦਾ ਅਹੁਦਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਦੇਣ ਦੀ ਤਿਆਰੀ ਹੋ ਰਹੀ ਹੈ,
ਉਹਦੇ ਉੱਤੇ ਵੀ ਉਹ ਸਵਾਲੀਆ ਚਿੰਨ੍ਹ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਉਹਦੇ ਉੱਤੇ ਵੀ ਉਹ ਕਰ ਰਹੇ ਨੇ, ਉਹ ਸਾਰੀ ਚੀਜ਼ਾਂ ਨੂੰ ਘਮਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿਤੇ ਨਾ ਕਿਤੇ ਜਾ ਕੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਨਾ ਮਿਲੇ ਔਰ ਪ੍ਰਧਾਨਗੀ ਦੇ ਵਿੱਚ ਕੋਈ ਨਾ ਕੋਈ ਅੜਚਨ ਜ਼ਰੂਰ ਪਵੇ, ਚਾਹੇ ਉਹ ਵੱਡੇ ਜਿਹੜੇ ਇਸ ਵੇਲੇ ਨੈਸ਼ਨਲ ਲੈਵਲ ਦੇ ਲੀਡਰਸ਼ਿਪ ਹੈ ਕਾਂਗਰਸ ਦੀ, ਉਹਨਾਂ ਤੋਂ ਵੀ ਪ੍ਰੈਸ਼ਰ ਬਣਾ ਰਹੇ ਨੇ ਉਹ, ਔਰ ਅੰਦਰ ਖਾਤੇ ਜਿਹੜਾ ਹੈਗਾ ਅੰਦਰੂਨੀ ਤੌਰ ਤੇ ਵੀ ਉਹ ਪ੍ਰੈਸ਼ਰ ਬਣਾ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਸਾਨੂੰ ਨਹੀਂ ਚਾਹੀਦਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਆਖਰ ਨੂੰ ਗਰਾਰੀ ਜਿਹੜੀ ਅੜੇਗੀ ਕਾਂਗਰਸ ਦੀ ਪੰਜਾਬ ਦੀ, ਉਹ ਨਵਜੋਤ ਸਿੰਘ ਸਿੱਧੂ ਤੇ ਆ ਕੇ ਅੜਨੀ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਕੈਪਟਨ ਸਾਹਿਬ ਨੂੰ ਚੰਗੇ ਨਹੀਂ ਲੱਗਦੇ। ਆਪਾਂ ਬਾਰ-ਬਾਰ ਕਹਿ ਚੁੱਕੇ ਹਾਂ ਕਿ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਬਿਲਕੁਲ ਰੜਕਦੇ ਨੇ ਔਰ ਇਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਦੀ ਪ੍ਰਧਾਨਗੀ ਦੇ ਉੱਤੇ ਸਵਾਲੀਆ ਚਿੰਨ੍ਹ ਲਗਾਏ ਜਾਣ ਔਰ ਇਹਨਾਂ ਦੀ ਜਗ੍ਹਾ ਉਹ ਚਾਹੁੰਦੇ ਨੇ ਕਿ ਹਿੰਦੂ ਚਿਹਰਾ ਕਦੇ ਕਹਿੰਦੇ ਨੇ ਅੱਗੇ ਲੈ ਕੇ ਆਓ ਔਰ ਕਦੇ ਉਹ ਕਹਿੰਦੇ ਨੇ ਕਿ ਦਲਿਤ ਚਿਹਰਾ ਅੱਗੇ ਲੈ ਆਓ, ਕਦੇ ਉਹ ਕਹਿੰਦੇ ਨੇ ਕਿ ਕੋਈ ਹੋਰ ਜਿਹੜਾ ਹੈਗਾ OBC ਦੇ ਵਿੱਚੋਂ ਲਿਆਓ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਬਾਰੇ ਜਦੋਂ ਪ੍ਰਧਾਨਗੀ ਦੀ ਗੱਲ ਹੁੰਦੀ ਹੈ ਤਾਂ ਉਹਨਾਂ ਦੀ ਮਨਸ਼ਾ ਇਹ ਹੁੰਦੀ ਹੈ ਕੈਪਟਨ ਸਾਹਿਬ ਦੀ ਕਿ ਨਵਜੋਤ ਸਿੰਘ ਸਿੱਧੂ ਨੂੰ ਕਿਵੇਂ ਨਾ ਕਿਵੇਂ ਕਾਂਗਰਸ ਚੋਂ ਬਾਹਰ ਕਰਾਇਆ ਜਾਏ, ਕਾਂਗਰਸ ਚੋਂ ਕਢਵਾਇਆ ਜਾਏ। ਔਰ ਇਹ ਤਾਂ ਨਵਜੋਤ ਸਿੰਘ ਸਿੱਧੂ ਦੀ ਹਿੰਮਤ ਹੈ, ਉਹਨਾਂ ਦਾ ਸਬਰ ਸੰਤੋਖ ਹੈ, ਜਿਹੜੇ ਕਿ ਅੱਜ ਵੀ ਉਹ ਇਹ ਸਾਰੀ ਚੀਜ਼ ਨੂੰ ਦੇਖਦੇ ਹੋਏ ਸਬਰ ਦਾ ਘੁੱਟ ਭਰ ਰਹੇ ਨੇ। ਸੋ ਅਦਰਵਾਈਜ਼ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਕੈਪਟਨ ਸਾਹਿਬ ਕਿ ਨਵਜੋਤ ਸਿੰਘ ਸਿੱਧੂ ਦੇ ਉੱਤੇ ਨਿਸ਼ਾਨਾ ਸਿੱਧੇ ਜਾਂ ਸਿੱਧੇ ਤੌਰ ਤੇ, ਹੁਣ ਪਹਿਲਾਂ ਉਹ ਸਿੱਧੇ ਤੌਰ ਤੇ ਕਰਦੇ ਸੀਗੇ, ਪਹਿਲਾਂ ਉਹਨਾਂ ਨੇ ਸਿੱਧੇ ਤੌਰ ਤੇ ਬਿਆਨ ਦਿੱਤੇ, ਤੁਸੀਂ ਦੇਖਿਆ ਹੋਵੇਗਾ ਕੁਝ ਸਮਾਂ ਪਹਿਲਾਂ। ਹੁਣ ਉਹ ਸਿੱਧੇ ਤੌਰ ਤੇ ਸ਼ਤਰੰਜ ਦੀ ਚਾਲ ਚੱਲ ਰਹੇ ਨੇ ਕਿ ਉਹ ਤਾਂ ਉਹਨਾਂ ਦਾ ਉਹ ਤੀਰ ਨਹੀਂ ਚੱਲਿਆ, ਹੁਣ ਉਹ ਸਿੱਧੇ ਤੌਰ ਤੇ ਆ ਗਏ ਕਿ ਕਿਵੇਂ ਨਾ ਕਿਵੇਂ ਇਹਨਾਂ ਨੂੰ ਦੂਰ ਕਰੋ ਔਰ ਦੂਰ ਕਰਕੇ ਇਹਨਾਂ ਨੂੰ ਪ੍ਰਧਾਨਗੀ ਤੋਂ ਹਟਾਓ ਔਰ ਹੌਲੀ ਹੌਲੀ ਕਾਂਗਰਸ ਚੋਂ ਵੀ ਇਹਨਾਂ ਨੂੰ ਭਜਾ ਦਿਓ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੇ 5-7 ਮਹੀਨੇ ਪਏ ਨੇ ਅਜੇ 22 ਦੀਆਂ ਚੋਣਾਂ ਦੇ ਵਿੱਚ, ਉਹਦੇ ਵਿੱਚ ਪੂਰੀਆਂ ਸ਼ਤਰੰਜ ਦੀਆਂ ਚਾਲਾਂ ਚੱਲਣਗੇ ਕੈਪਟਨ ਸਾਹਿਬ ਔਰ ਇਹਦੇ ਵਿੱਚ ਕੈਪਟਨ ਸਾਹਿਬ ਦੇ ਜਿਹੜੇ ਆਪਣੇ ਖਾਸਮ ਖਾਸ ਟੋਲੀ ਹੈ ਉਹਨਾਂ ਦੀ, ਉਹ ਉਹਨਾਂ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕਰਨਗੇ, ਉਹਨਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਜਾਣਗੀਆਂ, ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਹੋਏਗੀ। ਦੂਜੇ ਪਾਸੇ ਜਿਹੜੇ ਉਹਨਾਂ ਦੇ ਉੱਤੇ ਸਵਾਲ ਚੁੱਕਦੇ ਨੇ ਉਹਨਾਂ ਨੂੰ ਦੂਰ ਕਰਕੇ ਉਹਨਾਂ ਨੂੰ ਕਿਹਾ ਜਾਏਗਾ ਕਿ ਭਾਈ ਤੁਹਾਡੀ ਪਰਫਾਰਮੈਂਸ ਸਹੀ ਨਹੀਂ ਹੈ, ਤੁਹਾਨੂੰ ਅਸੀਂ ਇਸ ਕਰਕੇ ਹੁਣ ਜਿਹੜਾ ਹੈਗਾ ਕੈਬਨਿਟ ਚੋਂ ਬਾਹਰ ਕੱਢ ਰਹੇ ਹਾਂ, ਤੁਹਾਨੂੰ ਹੌਲੀ ਹੌਲੀ ਹੋ ਸਕਦਾ ਕਿ ਉਹਨਾਂ ਨੂੰ ਵਿਚਾਰਿਆਂ ਨੂੰ ਇਹ ਵੀ ਕਹਿ ਦਿੱਤਾ ਜਾਏ ਕਿ ਤੁਹਾਡੇ ਲਈ ਕਾਂਗਰਸ 'ਚ ਕੋਈ ਸਥਾਨ ਨਹੀਂ ਹੈ, ਜਿਵੇਂ ਕੈਪਟਨ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਸੀਗਾ ਕਿ ਇੱਦਾਂ ਦੇ ਲੋਕਾਂ ਲਈ ਕਾਂਗਰਸ ਦੇ ਵਿੱਚ ਕੋਈ ਸਥਾਨ ਨਹੀਂ ਹੈ। ਸੋ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੀ ਜਿਹੜੀ ਖਾਨਾ ਜੰਗੀ ਹੈ ਉਹ ਹੋਰ ਵਧਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਜਿਉਂ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਉਹਦੇ ਨਾਲ ਇਹ ਨਹੀਂ ਹੋਏਗਾ ਕਿ ਕੈਪਟਨ ਸਾਹਿਬ ਕੋਈ ਇਹਨੂੰ ਕੰਟਰੋਲ ਕਰ ਲੈਣਗੇ। ਜੋ ਮੇਰਾ ਕਹਿਣਾ, ਜੇ ਆਪਾਂ ਇਹਨੂੰ ਤੱਤ ਕੱਢੀਏ, ਇਹਦਾ ਸਾਰੇ ਦਾ ਰਿਜ਼ਲਟ ਕੱਢੀਏ ਸਾਰੀ ਕਾਰਵਾਈ ਦਾ, ਉਹਦੇ ਚੋਂ ਨਤੀਜਾ ਕੀ ਨਿਕਲੇਗਾ? ਨਤੀਜਾ ਇਹ ਨਿਕਲਣਾ ਹੈ ਕਿ ਖਾਨਾ ਜੰਗੀ ਹੋਰ ਤਿੱਖੀ ਹੋਏਗੀ, ਹੋਰ ਗਰੁੱਪਿਜ਼ਮ ਵਧੇਗਾ ਔਰ 22 ਦੇ ਵਿੱਚ ਜਿਹੜਾ ਹੈਗਾ ਲਾਜ਼ਮੀ ਤੌਰ ਤੇ ਜੇ ਇਹੀ ਹਾਲਾਤ ਰਹੇ, ਜੇ ਇਦਾਂ ਹੀ ਹਾਈ ਕਮਾਂਡ ਫੈਸਲੇ ਦੇ ਵਿੱਚ ਢਿੱਲ ਕਰਦੀ ਰਹੀ ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਬਹੁਤ ਵੱਡਾ ਨੁਕਸਾਨ 22 ਦੇ ਵਿੱਚ ਕਾਂਗਰਸ ਨੂੰ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਸੁਖਿੰਦਰ ਜੀ, ਬਿਲਕੁਲ। ਤਾਂ ਜੇਕਰ ਆਪਾਂ ਅਗਲੀ ਖਬਰ ਦੀ ਗੱਲ ਕਰੀਏ, ਅਗਲੀ ਖਬਰ ਬੇਅਦਬੀ ਤੇ ਜਿਹੜੇ ਗੋਲੀकांड ਮਾਮਲੇ ਉਹਨਾਂ ਦੇ ਨਾਲ ਜੁੜੀ ਹੋਈ ਹੈ। ਜਿਹੜੇ ਪਰਮਰਾਜ ਸਿੰਘ ਉਮਰਾ ਨੰਗਲ ਸੀ, ਕਹਿੰਦੇ ਕਿ ਉਹਨਾਂ ਦੇ ਵੱਲੋਂ ਮੰਨ ਲਿਆ ਗਿਆ ਕਿ ਮੇਰਾ ਜਿਹੜਾ ਟੈਸਟ ਤੁਸੀਂ ਕਰ ਸਕਦੇ ਹੋ, ਤੇ ਉਧਰ ਸੁਮੇਧ ਸਿੰਘ ਸੈਣੀ ਅਤੇ ਚਰਨਜੀਤ ਸ਼ਰਮਾ ਨੇ ਕੁਝ ਬਹਾਨੇ, ਸਿਹਤ ਦੇ ਬਹਾਨੇ ਲਾ ਕੇ ਉਹਨਾਂ ਨੇ ਆਪਣੀ ਨਾਂਹ ਕਰ ਦਿੱਤੀ ਕਿ ਮੇਰਾ ਨਹੀਂ ਤੁਸੀਂ ਕਰਵਾਉਣਾ ਹੀ ਚਾਹੁੰਦੇ ਨਹੀਂਗੇ। ਕੋਈ ਕਹਿੰਦਾ ਮੇਰੇ ਸਟੰਟ ਪਿਆ ਤੇ ਕੋਈ ਕਹਿੰਦਾ ਮੇਰੀ ਸਿਹਤ ਖਰਾਬ ਹੈ, ਤੇ ਪਰ ਪਰਮਰਾਜ ਉਮਰਾ ਨੰਗਲ ਕਹਿੰਦੇ ਕਿ ਮੇਰਾ ਤੁਸੀਂ ਜਿਹੜਾ ਟਾਰਕੋ ਟੈਸਟ ਕਰਾ ਸਕਦੇ ਹੋ। ਪਰ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜਾ ਕੁਮਰ ਵਿਜੇ ਪ੍ਰਤਾਪ ਹੈ ਇਸ ਮਾਮਲੇ ਦਾ ਜਾਂਚ ਅਧਿਕਾਰੀ ਸੀ, ਕਹਿੰਦੇ ਉਹਦਾ ਵੀ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਹਨੇ ਜਾਂਚ ਸਹੀ ਤਰੀਕੇ ਨਾਲ ਕੀਤੀ ਹੈ ਜਾਂ ਫਿਰ ਕਿਸੇ ਪੋਲੀਟੀਕਲ ਏਜੰਡੇ ਨੂੰ ਲੈ ਕੇ ਕਹਿੰਦੇ ਜਾਂਚ ਕੀਤੀ ਹੈ। ਕਿਵੇਂ ਦੇਖਦੇ ਹੋ ਕਿ ਇਸ ਮਾਮਲੇ ਦੇ ਵਿੱਚ ਬੁਰੇ ਫਸਦੇ ਜਾ ਰਹੇ ਨੇ ਕੁਮਰ ਵਿਜੇ ਪ੍ਰਤਾਪ ਜਾਂ ਫਿਰ ਕੋਈ ਰਾਹ ਬਚੇਗਾ? ਸੁਖਵਿੰਦਰ ਜੀ, ਜਿਵੇਂ ਤੁਸੀਂ ਕਿਹਾ ਨਾ ਪੋਲੀਟੀਕਲ ਏਜੰਡਾ, ਇਹ ਏਜੰਡਾ ਹੀ ਪੋਲੀਟੀਕਲ ਹੈ। ਇਹਨੂੰ ਪੋਲਿਟਿਕਸ ਤੋਂ ਬਿਨਾਂ ਨਹੀਂ ਸਮਝ ਸਕਦੇ। ਇਹ ਚਾਹੇ ਕੋਟਕਪੂਰਾ ਗੋਲੀकांड ਦਾ ਮਸਲਾ ਹੋਵੇ, ਚਾਹੇ ਬਰਗਾੜੀ ਕਾਂਡ ਦਾ ਜਿਹੜਾ ਹੈਗਾ ਮਸਲਾ ਹੋਵੇ, ਬੇਅਦਬੀ ਦਾ ਮਸਲਾ ਹੋਵੇ, ਇਸ ਦੇ ਵਿੱਚ ਪੋਲਿਟਿਕਸ ਨੂੰ ਸਮਝੇ ਬਿਨਾਂ ਤੁਸੀਂ ਇਹ ਤਾਂ ਸਾਰੀਆਂ ਜਿਹੜੀਆਂ ਨੇ ਲੋਕਾਂ ਨੂੰ ਜਿਹੜਾ ਹੈਗਾ ਬੁੱਧੂ ਬਣਾਉਣ ਦੀ ਕੋਸ਼ਿਸ਼ ਹੈ ਕਿ ਫਲਾਣਾ ਬੰਦੇ ਦਾ ਨਾਰਕੋ ਟੈਸਟ ਕਰ ਲਓ, ਫਲਾਣੇ ਦਾ ਨਾ ਕਰੋ। ਇਹ ਤਾਂ ਕੋਈ ਮਸਲਾ ਹੀ ਨਹੀਂ ਹੈ। ਇਹ ਲੋਕ ਤਾਂ ਮੋਹਰੇ ਨੇ, ਜੇ ਆਪਾਂ ਕਹੀਏ ਨਾ, ਜਿਹੜੇ ਜਦੋਂ ਕੋਈ ਵੀ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਇਹਦੇ ਪਿੱਛੇ ਜਿਹੜੀ ਸਿਆਸਤ ਹੁੰਦੀ ਹੈ, ਆਪਾਂ ਪਹਿਲਾਂ ਵੀ ਇਹਦੇ ਬਾਰੇ ਡਿਸਕਸ ਕਰ ਚੁੱਕੇ ਹਾਂ ਕਿ ਸਿਆਸਤ ਇਹਦੇ ਪਿੱਛੇ ਵੋਟਾਂ ਦੀ ਸਿਆਸਤ ਹੈ।
ਇਹਦੇ ਵਿੱਚ ਕੀ ਹੈ ਕਿ ਕਿਹੜੀ ਧਿਰ ਨੂੰ ਤੁਸੀਂ ਖੁੱਡੇ ਲੈਣ ਲਾਉਣਾ, ਕਿਹੜੀ ਚੀਜ਼ ਨੂੰ ਉੱਪਰ ਚੱਕਣਾ, ਕਿਹੜੀ ਨੂੰ ਅੱਗੇ ਲੈ ਕੇ ਆਉਣਾ, ਇਹ ਸਾਰੀ ਸਿਆਸਤ ਹੈ। ਔਰ ਇਹਦੇ ਵਿੱਚ ਵੋਟਾਂ ਨੇ ਕਿ ਪ੍ਰੇਮੀਆਂ ਦੀਆਂ ਵੋਟਾਂ ਲੈਣੀਆਂ ਨੇ ਜਾਂ ਪ੍ਰੇਮੀਆਂ ਦੀਆਂ ਵੋਟਾਂ ਨਹੀਂ ਲੈਣੀਆਂ, ਜਾਂ ਸਿੱਖਾਂ ਦੀਆਂ ਵੋਟਾਂ ਲੈਣੀਆਂ ਨੇ, ਕਿੰਨਾਂ ਦੀ ਇਹਨਾਂ ਦੇ ਵਿੱਚ ਪੋਲਰਾਈਜੇਸ਼ਨ ਕਰਨੀ, ਇਹਨਾਂ ਦੇ ਵਿੱਚ ਪਾੜ ਪਾਉਣਾ। ਇੱਦਾਂ ਦੀ ਜਿਹੜੀ ਪੋਲਿਟਿਕਸ ਨੂੰ ਸਮਝ ਕੇ ਹੀ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝ ਸਕਦੇ ਹੋ। ਇਹ ਜਿਹੜੀਆਂ ਨੇ ਕਿ ਇਹ ਤਾਂ ਕੋਈ ਕਿ ਨਾਰਕੋ ਟੈਸਟ ਕਰਾਉਣਾ, ਟੈਸਟ ਨਹੀਂ ਕਰਾਉਣਾ, ਕਿਹਦਾ ਹੋਏਗਾ ਕਿਹਦਾ ਨਹੀਂ ਹੋਏਗਾ, ਤਾਂ ਮਸਲੇ ਨਹੀਂ ਹੈਗੇ। ਇਸ ਤੋਂ ਪਹਿਲਾਂ ਜਿਹੜੀਆਂ 4-5 ਚਾਹੇ ਉਹ ਕਮਿਸ਼ਨ ਬਣੇ ਨੇ, ਚਾਹੇ ਜਿਹੜੀਆਂ ਨੇ ਸਿੱਟਾਂ ਬਣੀਆਂ ਨੇ, ਉਹਨਾਂ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਪਿਆ। ਚਾਹੇ ਜ਼ੋਰਾ ਸਿੰਘ ਕਮਿਸ਼ਨ ਹੋਵੇ, ਚਾਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਹੋਵੇ, ਚਾਹੇ ਸਿੱਟਾਂ ਬਣੀਆਂ ਹੋਣ, ਉਹਨਾਂ ਨੇ ਆਲਰੇਡੀ ਇਹ ਪਹਿਲਾਂ ਸਿੱਟੇ ਕੱਢੇ ਪਏ ਨੇ। ਉਹਨਾਂ ਨੂੰ ਲਾਗੂ ਕਰਨਾ ਜਿਹੜੀਆਂ ਨੇ ਉਹੀ ਜਿਹੜਾ ਹੈਗਾ। ਪਰ ਕੀ ਹੈ ਕਿ ਸਰਕਾਰਾਂ ਇਹ ਚਾਹੁੰਦੀਆਂ ਨੇ ਕਿ ਇਹ ਚੀਜ਼ਾਂ ਐਸੀਆਂ ਨੇ ਕਿ ਇਹਨਾਂ ਨੂੰ ਜਿੰਨਾ ਤੁਸੀਂ ਲਟਕਾਓਗੇ, ਜਿੰਨਾ ਇਹਦੇ ਵਿੱਚ ਪਾਣੀ ਪਾਓਗੇ, ਮਧਾਣੀ 'ਚ ਪਾਣੀ ਵੱਜਦਾ ਜਾਏਗਾ ਔਰ ਨਿਕਲਣਾ ਕੁਛ ਨਹੀਂ ਹੈ। ਔਰ ਇਹੀ ਚੀਜ਼ਾਂ ਨੇ ਕਿ ਹੁਣ ਮੁੱਦਾ ਕੀ ਹੋ ਰਿਹਾ ਕਿ ਬਜਾਏ ਤੁਸੀਂ ਇਹਨਾਂ ਦੇ ਜਿਹੜੇ ਪਿੱਛੇ ਪੋਲਿਟਿਕਸ ਨੂੰ ਸਮਝਣ ਦੇ, ਉਹ ਕਹਿੰਦੇ ਨੇ ਵੀ ਨਾਰਕੋ ਟੈਸਟ ਦੇ ਉੱਤੇ ਪੋਲਿਟਿਕਸ ਹੋਣੀ ਸ਼ੁਰੂ ਹੋ ਗਈ ਕਿ ਉਹ ਫਲਾਣਾ ਕਹਿੰਦਾ ਫਲਾਣੇ ਤੋਂ ਕਰਾ ਲਓ, ਉਹ ਕਹਿੰਦਾ ਮੇਰੇ ਤੋਂ ਕਰਾਓ। ਕੀ ਇਹ ਮਸਲਾ ਹੈ? ਇਹ ਤਾਂ ਮਸਲਾ ਹੀ ਨਹੀਂ ਹੈ। ਮਸਲਾ ਬੁਨਿਆਦੀ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਔਰ ਉਹਦੇ ਕਿਹੜੀ ਰਾਜਨੀਤੀ ਦੇ ਅਧੀਨ ਹੋਈ ਆ ਉਹ, ਔਰ ਕਿਹੜੀ ਰਾਜਨੀਤੀ ਦੇ ਅਧੀਨ ਜਿਹੜੀਆਂ ਸਿੱਟਾਂ ਬਣੀਆਂ, ਕਮਿਸ਼ਨ ਬਣੇ, ਉਹਨਾਂ ਨੂੰ ਜਿਹੜਾ ਹੈਗਾ ਕੋਈ ਕਹਿੰਦਾ ਉਹਨਾਂ ਨੂੰ ਵਿਚਾਰ ਲਓ। ਪਰ ਉਮਰਾਂ ਨਕਲੇ ਇਹ ਗੱਲ ਕਹਿ ਰਹੇ ਨੇ, ਕਹਿੰਦੇ ਕਿ ਜੇ ਮੈਂ ਉੱਥੇ ਕੋਟਕਪੂਰੇ ਗਿਆ ਸੀ ਤਾਂ ਮੈਂ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਕਹਿਣ ਤੇ ਹੀ ਗਿਆ ਸੀ, ਮੈਂ ਆਪਣੇ ਆਪ ਨਹੀਂ ਸੀ ਗਿਆ। ਕਹਿੰਦੇ ਬਾਈਬਲ ਕਲਾ ਕਾਂਡ ਦੇ ਵਿੱਚ ਤਾਂ ਮੈਨੂੰ ਨਜਾਇਜ਼ ਤੌਰ ਤੇ ਫਸਾਇਆ ਜਾ ਰਿਹਾ, ਨਜਾਇਜ਼ ਤੌਰ ਤੇ ਕਹਿੰਦੇ ਮੈਨੂੰ ਉਹਦੇ ਵਿੱਚ ਦੋਸ਼ੀ ਬਣਾਇਆ ਜਾ ਰਿਹਾ। ਕੁੰਵਰ ਵਿਜੇ ਪ੍ਰਤਾਪ ਦੇ ਉੱਪਰ ਇਸ ਤਰੀਕੇ ਨਾਲ ਦੋਸ਼ ਲਾ ਰਹੇ ਨੇ। ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤਾਂ ਦੋਸ਼ੀ ਉਹਨਾਂ ਦੇ ਫੜੇ ਜਾਣੇ ਚਾਹੀਦੇ। ਉਹ ਕਹਿੰਦੇ ਸਤਿਕਾਰਤ ਹੈ, ਕਹਿੰਦੇ ਮੈਂ ਵੀ ਸਿੱਖ ਪਰਿਵਾਰ ਦੇ ਵਿੱਚੋਂ ਆਉਣਾ, ਕਹਿੰਦੇ ਮੈਂ ਵੀ ਤਾਂ ਇਹੀ ਚਾਹੁੰਦਾ ਕਿ ਦੋਸ਼ੀ ਉਹਨਾਂ ਦੇ ਫੜੇ ਜਾਣ। ਪਰ ਜਿਸ ਤਰੀਕੇ ਦੇ ਨਾਲ ਚਾਲਾਂ ਚੱਲੀਆਂ ਜਾ ਰਹੀਆਂ, ਰਾਜਨੀਤਿਕ ਏਜੰਡੇ ਇਸ ਦੇ ਪਿੱਛੇ ਚੱਲ ਰਹੇ ਨੇ, ਕਹਿੰਦੇ ਉਹਨਾਂ ਦਾ ਵੀ ਪਰਦਾਫਾਸ਼ ਹੋਣਾ ਚਾਹੀਦਾ। ਮੈਂ ਉਹੀ ਕਹਿਣਾ ਸੁਖਵਿੰਦਰ ਜੀ, ਇਹਦੇ ਪਿੱਛੇ ਰਾਜਨੀਤੀ ਨੂੰ ਹੀ ਸਮਝਣ ਦੀ ਲੋੜ ਹੈ। ਔਰ ਤੁਸੀਂ ਦੇਖਿਆ ਹੋਵੇਗਾ ਕਿ ਕੱਲ ਚਲਾਨ ਤਾਂ ਪੇਸ਼ ਕਰ ਹੀ ਦਿੱਤੇ ਪ੍ਰੇਮੀਆਂ ਦੇ ਖਿਲਾਫ। ਜੇ ਆਪਾਂ ਇਹਨੂੰ ਇਹ ਦੇਖੀਏ ਕਿ ਉੱਪਰੋਂ ਕਿ ਉਹਨਾਂ ਨੇ 6 ਪ੍ਰੇਮੀ ਜਿਹੜੇ ਨੇ ਉਹ ਫੜ ਲਏ ਤੇ ਉਹਨਾਂ ਦੇ ਵਿਰੁੱਧ ਚਲਾਨ ਪੇਸ਼ ਕਰਤਾ। ਉਹਨਾਂ ਦੇ ਵਿਰੁੱਧ ਤਾਂ ਪਹਿਲਾਂ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਵੀ ਚਲਾਨ ਪੇਸ਼ ਕੀਤੇ ਸੀ। ਉਸ ਤੋਂ ਪਹਿਲਾਂ ਖਟੜਾ ਕਮੇਟੀ ਬਣੀ, ਉਸ ਤੋਂ ਪਹਿਲਾਂ ਜਿਹੜਾ ਹੈਗਾ ਕਮਿਸ਼ਨ ਬਣੇ। ਉਹਨਾਂ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੀਤੀਆਂ ਹੋਈਆਂ ਨੇ। ਮੇਰਾ ਕਹਿਣ ਦਾ ਮਤਲਬ ਇਹੀ ਹੈ ਕਿ ਇਸ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਸਾਰੇ ਕੇਸ ਨੂੰ। ਗੱਲ ਇਹ ਹੈ ਕਿ ਉੱਥੇ ਜਿਹੜਾ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਫਾੜੇ ਨੇ, ਇਹ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਔਰ ਗੋਲੀ ਚੱਲੀ ਹੈ, ਗੋਲੀ ਦੇ ਨਾਲ 2 ਨੌਜਵਾਨ ਸ਼ਹੀਦ ਹੋਏ ਨੇ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਕੀ ਉਹ ਗੋਲੀ ਅਸਮਾਨ 'ਚੋਂ ਚੱਲੀ ਜਾਂ ਕਿਹਨੇ ਆਰਡਰ ਦਿੱਤਾ, ਕਿਹਨੇ ਨਹੀਂ ਦਿੱਤਾ, ਇਹ ਤਾਂ ਕਦੇ ਹੋ ਨਹੀਂ ਸਕਦਾ। ਇਹਦੇ ਪਿੱਛੇ ਮੈਂ ਹੀ ਕਹਿਣਾ ਕਿ ਇਹਦੇ ਪਿੱਛੇ ਰਾਜਨੀਤੀ ਕਰਕੇ ਹੀ ਜਿਹੜਾ ਹੈਗਾ ਇਸ ਚੀਜ਼ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੇ ਲੋਕ ਜਿਹੜੇ ਹੁਣ ਸ਼ਾਮਲ ਨੇ ਜਾਂ ਜਿਹੜੇ ਸ਼ਾਮਲ ਨਹੀਂ ਹੈਗੇ, ਉਹ ਜਿਹੜੇ ਨੇ ਅੱਗੇ ਨਹੀਂ ਆ ਰਹੇ। ਔਰ ਉਹਦੀ ਬਜਾਏ ਜਿਹੜਾ ਕੀ ਹੈ ਕਰਨ ਦੀ ਕੋਸ਼ਿਸ਼ ਹੈ, ਜਿਹੜੇ ਉਹਨਾਂ ਦੇ ਮੋਹਰੇ ਨੇ। ਮੇਰਾ ਕਹਿਣ ਦਾ ਮਤਲਬ ਹੈ ਕਿ ਸਿਆਸਤ ਨੂੰ ਜਿਹੜਾ ਹੈਗਾ ਅੱਗੇ ਨਹੀਂ ਲੈ ਕੇ ਆਇਆ ਜਾ ਰਿਹਾ। ਸਿਆਸਤ ਦੇ ਅੱਗੇ ਜਿਹੜੇ ਮੋਹਰੇ ਹੁੰਦੇ ਆ ਉਹਨਾਂ ਨੂੰ ਜਾਂ ਅਧਿਕਾਰੀਆਂ ਨੂੰ ਕੋਈ ਕਹਿੰਦਾ ਕਿ ਪੁਲਿਸ ਵਾਲੇ ਦੋਸ਼ੀ ਬਣਾਤੇ, ਕੋਈ ਕਹਿੰਦਾ ਜੀ SDM ਵਾਲਾ ਦੋਸ਼ੀ ਹੈ ਜੀ, ਔਰ ਕੋਈ ਕਹਿੰਦਾ ਜੀ DC ਦੋਸ਼ੀ ਹੈ, ਕੋਈ ਕਹਿੰਦਾ ਜੀ SSP ਦੋਸ਼ੀ ਹੈ। ਇਹ ਮੇਰਾ ਮਤਲਬ ਕਹਿਣ ਦਾ ਇਹ ਨਹੀਂ ਹੁੰਦੇ। ਇਹ ਕਦੇ ਵੀ ਕੋਈ ਵੀ ਜਿਹੜੀ ਇਦਾਂ ਦੀ ਜਦੋਂ ਗੋਲੀ ਚੱਲਦੀ ਹੈ ਜਾਂ ਡਾਂਗਾਂ ਚੱਲਦੀਆਂ ਨੇ ਜਾਂ ਕੁੱਟਮਾਰ ਹੁੰਦੀ ਹੈ ਕਿਸੇ ਧਰਨੇ ਦੇ ਉੱਤੇ, ਇਹ ਬਿਨਾਂ ਸਿਆਸਤ ਤੋਂ, ਬਿਨਾਂ ਕਿਸੇ ਜਿਹੜੀ ਸਰਕਾਰ ਹੁੰਦੀ ਹੈ ਮੌਜੂਦਾ, ਉਹਦੀ ਸਹਿਮਤੀ ਤੋਂ ਬਿਨਾਂ ਇਹ ਚੀਜ਼ਾਂ ਨਹੀਂ ਵਾਪਰ ਸਕਦੀਆਂ। ਜਿਹੜਾ ਮੇਰਾ ਕਹਿਣ ਦਾ ਪੁਆਇੰਟ ਹੈ ਕਿ ਉਸ ਵੇਲੇ ਦੀ ਸਰਕਾਰ ਕੀ ਉਹਦੇ ਚੋਂ ਅਸੀਂ ਉਹਨੂੰ ਮਨਫੀ ਕਰ ਦਈਏ ਔਰ ਕੀ ਉਹਨੂੰ ਅਸੀਂ ਬਰੀ ਕਰ ਦਈਏ ਕਿ ਉਹ ਤਾਂ ਹੈ ਨਹੀਂ ਸੀ, ਸਿਰਫ ਇਹੀ ਬੰਦੇ ਸੀਗੇ। ਤੋ ਮੇਰਾ ਹੁਣ ਮਤਲਬ ਕਹਿਣ ਤੋਂ ਭਾਵ ਹੈ ਕਿ ਬਜਾਏ ਦੋਸ਼ੀਆਂ ਦੇ ਕੀ ਅਸੀਂ ਇਹਦੇ ਵਿੱਚ ਇਹ ਕਹੀਏ ਵੀ ਦੋਸ਼ੀਆਂ ਨੂੰ ਫੜਨ ਦੀ ਬਜਾਏ ਤੁਸੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਇਹਦੇ ਵਿੱਚ ਦੋਸ਼ੀ ਹੋ ਗਏ। ਸੋ ਇਹਦਾ ਮਤਲਬ ਹੈ ਕਿ ਕੀ ਇਹਦੇ 'ਚ ਉਮਰਾ ਨੰਗਲ ਜੀ ਦੋਸ਼ੀ ਹੋ ਗਏ, ਜਾਂ ਜਿਹੜੇ ਰਣਜੀਤ ਸਿੰਘ ਨੂੰ ਮੰਨ ਲਓ ਕੱਲ ਨੂੰ ਇਹ ਕਹੀ ਕਿ ਜਸਟਿਸ ਰਣਜੀਤ ਸਿੰਘ ਜੀ ਦੋਸ਼ੀ ਸੀਗੇ ਔਰ ਇਹਦੇ ਵਿੱਚ ਕਹੀਏ ਜਸਟਿਸ ਜ਼ੋਰਾ ਸਿੰਘ ਜੀ ਜੋ ਦੋਸ਼ੀ ਸੀਗੇ। ਜਿਹੜਾ ਜਾਂਚ ਕਰਨ ਵਾਲਾ ਅਧਿਕਾਰੀ ਆ ਤੇ ਮਤਲਬ ਘੁਮਾਉਣ ਦੀ ਬਣਾ ਦੋਗੇ। ਹਾਂ, ਇਹਦਾ ਮਤਲਬ ਹੈ ਕਿ ਜਿਹੜੇ ਤੁਸੀਂ ਹੁਣ ਕੱਲ ਨੂੰ ਪਰਮਾਰ ਕਮੇਟੀ ਬਣਾਈ ਆ, ਪਰਮਾਰ ਜੀ, ਕੱਲ ਨੂੰ ਜਿਹੜੀ ਅਗਲੀ ਕੋਈ ਸੱਤਾ ਆਏਗੀ ਜਾਂ ਦੂਜੀ ਪਾਰਟੀ ਦੀ ਰਾਜਨੀਤੀ ਹੋਏਗੀ, ਉਹ ਕਹੇਗੀ ਪਰਮਾਰ ਹੀ ਦੋਸ਼ੀ ਬਣ ਗਿਆ ਇਹਦੇ 'ਚ। ਮਤਲਬ ਕਹਿਣ ਦਾ ਮਤਲਬ ਹੈ ਲੋਕਾਂ ਨੂੰ ਬੁੱਧੂ ਨਾ ਬਣਾਓ।
ਇਹਦੇ ਵਿੱਚ ਜਿਹੜਾ ਹੈਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਦੀ ਕੋਸ਼ਿਸ਼ ਕਰੋ। ਇਹਨੂੰ ਤੁਸੀਂ ਜਿਹੜੇ ਇਹਦੇ ਵਿੱਚ ਰਾਜਨੀਤੀ ਹੈ ਉਹਨੂੰ ਸਮਝ ਕੇ ਹੀ ਜਿਹੜਾ ਹੈਗਾ ਇਹਦੇ ਚ ਕਾਰਵਾਈ ਹੋਣੀ ਚਾਹੀਦੀ ਹੈ, ਨਾ ਕਿ ਇੱਧਰ ਉੱਧਰ ਉਲਝਾ ਕੇ। ਮੇਰਾ ਕਹਿਣ ਦਾ ਮਤਲਬ ਹੈ ਕਿ ਇਹਦੇ ਚ ਉਲਝਾਉਣ ਦੀ ਕੋਸ਼ਿਸ਼ ਨਾ ਕਰੋ ਚੀਜ਼ਾਂ ਨੂੰ। ਜੀ ਸੁਖਵਿੰਦਰ ਜੀ। ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਰਹੇ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ तमाम ਖਬਰਾਂ ਦੇ ਉੱਪਰ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜ ਕੇ ਵਿਚਾਰ ਚਰਚਾ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਉਹਨਾਂ ਦੇ ਵਿਚਾਰ ਜਿਹੜੇ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।